बादल ਨੂੰ ਇੱਕ ਹੋਰ ਸੰਮਨ ਦਿੱਤਾ ਗਿਆ ਹੈ। ਕੋਟਕਪੂਰਾ ਤੋਂ ਬਾਅਦ ਬਹਿਬਲ ਕਲਾ ਗੋਲੀकांड ਦੇ ਵਿੱਚ ਸੰਮਨ ਦਿੱਤਾ ਗਿਆ ਹੈ। 6 ਸਤੰਬਰ ਨੂੰ ਐਸਆਈਟੀ ਦੇ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ। ਆਈਜੀ ਨੌ ਨਿਹਾਲ ਦੀ ਅਗਵਾਈ ਵਾਲੀ ਐਸਆਈਟੀ ਦੇ ਵੱਲੋਂ ਦੱਸਿਆ ਕਿ ਪੁੱਛਗਿੱਛ ਕੀਤੀ ਜਾਏਗੀ। ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀकांड ਦੇ ਵਿੱਚ ਵੀ ਤਲਬ ਕੀਤਾ ਗਿਆ। 14 ਸਤੰਬਰ ਨੂੰ ਦੱਸਿਆ ਕਿ ਕੋਟਕਪੂਰਾ ਗੋਲੀकांड ਦੇ ਵਿੱਚ ਪੁੱਛਗਿੱਛ ਦੇ ਲਈ ਬੁਲਾਇਆ ਗਿਆ। ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ। ਇਸ ਤੋਂ ਪਹਿਲਾਂ 30 ਅਗਸਤ ਦੇ ਲਈ ਸੰਮਨ ਦਿੱਤਾ ਗਿਆ ਸੀ ਕੋਟਕਪੂਰਾ ਗੋਲੀकांड ਦੇ ਵਿੱਚ, ਪਰ ਹੁਣ ਇਹ ਬਹਿਬਲ ਕਲਾ ਗੋਲੀकांड ਦੇ ਵਿੱਚ ਸੰਮਨ ਹੋਇਆ ਤਾਂ ਬੀਤੇ ਦਿਨ ਉਹ ਪੇਸ਼ ਨਹੀਂ ਹੋਏ ਸਨ। ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਅਗਲੀ ਤਾਰੀਖ ਦੇ ਦਿੱਤੀ ਜਾਏ, ਜਿਸ ਨੂੰ ਲੈ ਕੇ ਬਿਆਨਬਾਜ਼ੀਆਂ ਵੀ ਹੋਈਆਂ, ਇਲਜ਼ਾਮਾਤ ਵੀ ਲਗਾਏ ਗਏ। ਤਾਂ ਹੁਣ ਇਹ ਵੱਡੀ ਖਬਰ ਆ ਰਹੀ ਹੈ, ਸੁਖਬੀਰ ਬਾਦਲ ਨੂੰ ਇੱਕ ਹੋਰ ਸੰਮਨ ਜਾਰੀ ਹੋਇਆ। ਕੋਟਕਪੂਰਾ ਤੋਂ ਬਾਅਦ ਹੁਣ ਬਹਿਬਲ ਕਲਾ ਗੋਲੀकांड ਦੇ ਵਿੱਚ ਸੰਮਨ ਜਾਰੀ ਹੋਇਆ। 6 ਸਤੰਬਰ ਨੂੰ ਦੱਸਿਆ ਕਿ ਐਸਆਈਟੀ ਦੇ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ। ਆਈਜੀ ਨੌ ਨਿਹਾਲ ਨੇ, ਜਿਨ੍ਹਾਂ ਦੀ ਅਗਵਾਈ ਵਾਲੀ ਐਸਆਈਟੀ ਜਿਹੜੀ ਹੈ ਉਹ ਪੁੱਛਗਿੱਛ ਕਰੇਗੀ, ਸਵਾਲ ਜਵਾਬ ਕੀਤੇ ਜਾਣਗੇ। ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀकांड ਦੇ ਵਿੱਚ ਵੀ ਤਲਬ ਕੀਤਾ ਗਿਆ ਹੈ ਔਰ 14 ਸਤੰਬਰ ਨੂੰ ਦੱਸਿਆ ਕਿ ਕੋਟਕਪੂਰਾ ਗੋਲੀकांड ਦੇ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ, ਯਾਨੀ ਕਿ 6 ਸਤੰਬਰ और सीधे तौर पर 14 सितंबर 2 दिन ने जिन्हों को पुछगिछ लिए बुलाया गया। पर हुण जिक्र कर रहे हैं जो ताज़ा अपडेट, जो बड़ी खबर सामने आ रही है कि 6 सितंबर को सद्या गया। इस तो पहला भी दस दईए कि कोटकपूरा गोलीकांड दे विच पुछगिछ हो चुकी है। इस तो पहला कई सवाल जवाब किए जा चुके ने। सैक्टर 9 चंडीगढ़ दे विच पुछगिछ की गई सी। जुलाई का असीं जिक्र कर रहे हैं, जून जुलाई के विचकार का जिक्र कर रहे, जिस वेले पुछगिछ हुई है तो उस वेले 80 सवाल जवाब किए गए सन। तो हुण इह सम्मान एक होर जारी होया। पंकज कपाही मेरे सहयोगी ने फोन लाइन ते ज्यादा जानकारी ली। पंकज की कुछ जानकारी है? देखो, 6 सितंबर ਨੂੰ ਹੁਣ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦੀ ਗੱਲ ਜਿਹੜੀ ਹੈ ਉਹ ਸੋਰਸਿਸ ਦੇ ਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਸੰਮਨ ਕੀਤੇ ਗਏ ਨੇ। ਜਿਹੜੀ ਐਸਆਈਟੀ ਨੌ ਨਿਹਾਲ ਹੋਰਾਂ ਦੀ ਅਗਵਾਈ ਦੇ ਵਿੱਚ ਬਣੀ ਹੋਈ ਹੈ ਉਹ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਉਹ ਕਰ ਰਹੀ ਹੈ। ਔਰ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਜਾਣਕਾਰੀ ਮਿਲ ਰਹੀ ਕਿ ਐਸਆਈਟੀ ਵੱਲੋਂ ਜਿਹੜੇ ਸੰਮਨ ਭੇਜੇ ਗਏ ਨੇ ਉਹ ਵੀ ਉਹਨਾਂ ਵੱਲੋਂ ਲੈ ਦਿੱਤੇ ਗਏ ਨੇ। ਤਾਂ ਅਜਿਹੇ ਤੇ ਵੇਖਣ ਵਾਲੀ ਗੱਲ ਹੋਏਗੀ ਕਿ ਕੀ ਐਸਆਈਟੀ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਹੋਰੀ ਪੇਸ਼ ਹੋਣਗੇ, ਕਿਉਂਕਿ ਇੱਕ ਐਸਆਈਟੀ ਜਿਹੜੀ ਬਣੀ ਹੋਈ ਹੈ ਐਲਕੇ ਯਾਦਵ ਦੀ ਅਗਵਾਈ ਦੇ ਵਿੱਚ, ਉਹਨਾਂ ਨੇ 14 ਸਤੰਬਰ ਨੂੰ ਪੇਸ਼ ਹੋਣ ਨੂੰ ਕਿਹਾ ਔਰ ਨੌ ਨਿਹਾਲ ਹੋਰਾਂ ਦੀ ਜਿਹੜੀ ਐਸਆਈਟੀ ਉਹ 6 ਸਤੰਬਰ ਨੂੰ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰੀ ਪੇਸ਼ ਹੋਣ। ਤਾਂ ਇਹਨਾਂ ਦੋਹਾਂ ਮਾਮਲਿਆਂ ਦੇ ਵਿੱਚ ਹੁਣ ਦੋਵੇਂ ਜਿਹੜੀਆਂ ਐਸਆਈਟੀ ਨੇ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਪੁੱਛਗਿੱਛ ਕਰਨਗੀਆਂ। ਔਰ ਕਾਫੀ ਅਹਿਮ ਰਹਿਣ ਵਾਲਾ ਹੈ ਕਿ ਲਗਾਤਾਰ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਵੱਲੋਂ ਜ਼ਿਕਰ ਹੁੰਦਾ ਹੈ ਕਿ ਉਸ ਵੇਲੇ ਹੋਮ ਮਿਨਿਸਟਰ ਤੇ ਸੁਖਬੀਰ ਸਿੰਘ ਬਾਦਲ ਔਰ ਗੋਲੀ ਚਲਾਉਣ ਦੇ ਹੁਕਮ ਕਿਸ ਦੇ ਵੱਲੋਂ ਦਿੱਤੇ ਗਏ ਔਰ ਕਿਉਂ ਦਿੱਤੇ ਗਏ। ਹਾਲਾਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਐਸਡੀਐਮ ਨੇ ਕਿਹਾ ਸੀਗਾ ਕਿ ਗੋਲੀ ਚਲਾਉਣ ਦੇ ਹੁਕਮ ਉਹਨਾਂ ਵੱਲੋਂ ਦਿੱਤੇ ਗਏ ਨੇ। ਔਰ ਅਜਿਹੇ 'ਚ ਸੁਖਬੀਰ ਸਿੰਘ ਬਾਦਲ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਉਹ ਉਸ ਵੇਲੇ ਪੰਜਾਬ ਦੇ ਵਿੱਚ ਸੀਗੇ ਹੀ ਨਹੀਂ। ਤਾਂ ਅਜਿਹੇ 'ਚ ਇਹ तमाम ਸਵਾਲ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਕੋ ਐਸਆਈਟੀ पूछेगी 6 सितंबर और 14 सितंबर ਨੂੰ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ। ਜੀ ठीक है पंकज, धन्यवाद है तमाम जानकारी के लिए। सुखबीर बादल एक होर सम्मन होया 6 सितंबर और 14 सितंबर 2 दिन पेश होने के लिए। हुण क्या गया 14 सितंबर के लिए पहला क्या गया सी कि एलके यादव वाली जो एसआईटी है तो उन्होंने वालों सम्मन जारी होया दोबारा तो, क्योंकि बीते दिन बुलाया सी तो नहीं गए। तो हुण दी जिक्र करिए तो आईजी नौ निहाल जिन्हां दी अगवाई वाली एसआईटी जिन्हां दे वल्लों हुण पुछगिछ दे लिए सम्मन जारी होया। पर देखना होएगा कि श्रोमणी अकाली दल ਦਾ ਇਸ ਤੇ ਕੀ ਬਿਆਨ ਹੈ ਜਾਂ ਕੀ ਕਹਿਣਾ ਹੈ, ਕਿਉਂਕਿ ਉਹਨਾਂ ਦਾ ਇਹ ਕਹਿਣਾ ਹੁੰਦਾ ਕਿ ਪਿਛਲੀ ਵਾਰ ਉਹਨਾਂ ਨੇ ਬੀਤੇ ਦਿਨ ਦਾ ਅਸੀਂ ਜ਼ਿਕਰ ਕਰੀਏ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਤੱਕ ਸੰਮਨ ਨਹੀਂ ਪਹੁੰਚੇ। ਪਰ ਉਸ ਤੋਂ ਬਾਅਦ ਜਦੋਂ ਬਿਆਨ ਆਉਂਦਾ ਐਸਆਈਟੀ ਦਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਧਿਕਾਰੀ ਖੁਦ ਗਏ ਸਨ, ਘਰ ਸੰਮਨ ਦੇ ਕੇ ਆਏ ਨੇ। ਤਾਂ ਇਹ ਬਿਆਨਬਾਜ਼ੀ ਬੀਤੇ ਦਿਨ ਹੋਈ ਹੈ। ਇਹ ਮਸਲਾ ਵੀ ਕਾਫੀ ਭਖਦਾ ਹੋਇਆ ਨਜ਼ਰ ਆਇਆ ਸੀ। ਤਾਂ ਹੁਣ ਇੱਕ ਹੋਰ ਸੰਮਨ ਜਾਰੀ ਹੋਇਆ 6 ਸਤੰਬਰ ਨੂੰ ਐਸਆਈਟੀ ਦੇ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ, ਜਿਸ ਦੇ ਵਿੱਚ ਸਵਾਲ ਜਵਾਬ ਕੀਤੇ ਜਾਣਗੇ। ਕਿਉਂਕਿ ਉਸ ਵੇਲੇ ਜਿਹੜਾ ਡਿਪਾਰਟਮੈਂਟ ਸੀ ਉਹਨਾਂ ਦੇ ਕੋਲ ਗ੍ਰਹਿ ਮੰਤਰਾਲਾ ਸੀ ਤਾਂ ਹੋਮ ਮਿਨਿਸਟਰੀ ਸੀ। ਸਿੱਧੇ ਤੌਰ ਤੇ ਜਿਹੜੀ ਸਾਰੀ ਪੁਲਿਸ ਹੁੰਦੀ ਹੈ ਉਹ ਹੋਮ ਮਿਨਿਸਟਰੀ ਦੇ ਅੰਡਰ ਹੁੰਦੀ ਹੈ। ਤਾਂ ਗੋਲੀ ਚਲਾਉਣ ਦੇ ਹੁਕਮ किसने दिते, कदों की राबता होया, किन्ने बजे तुहाडे तक जानकारी पहुंची कि गोली चल गई है। सब सवाल बहुत सारे सवाल ने, एक लंबी लिस्ट है सवालों की जिहड़े पूछे जाते हैं। तो एसआईटी के वल्लों दस्सी कि जांच लगातार की जा रही है, पुछगिछ की जा रही है। तो हुण एक होर समन सुखबीर बादल नूं जारी होया। एक होर समन जारी होया सुखबीर बादल नूं। तो उस तो बाद हुण वेखना होएगा कि आखिरकार श्रोमणी अकाली दल का इस ते की बयान है कि उन्होंने, क्योंकि पहला भी कहा कि उन्होंने सम्मन नहीं मिलिया, जेकर मिलिया हुंदा तां जरूर पेश हुंदे। पर उस तो बाद जीरा दे विच जदों अदालत पहुंचे ने पेशी भुगतन तो उस वेले बाद दे विच जिक्र हुंदा है कि लिखती तौर पर कह दिता गया खास तौर पर एसआईटी नूं कि होर जिहड़ी तरीक है वो दित्ती जावे
ਉਹ ਜਾਂਚ 'ਚ ਸ਼ਾਮਿਲ ਹੋਣਗੇ। ਹਾਲਾਂਕਿ ਇਸ ਤੋਂ ਪਹਿਲਾਂ ਇਹ ਜ਼ਿਕਰ ਹੋਇਆ ਸੀ ਕਿ ਜਿਹੜਾ ਸੰਮਣ ਹੈ ਉਹ ਨਹੀਂ ਮਿਲਿਆ, ਪਰ ਜੇਕਰ ਦੂਸਰੇ ਪਾਸੇ ਬਿਆਨ ਦਾ ਗੱਲ ਕੀਤੀ ਜਾਵੇ ਜਾਂ ਤਰਕ ਦੀ ਗੱਲ ਕੀਤੀ ਜਾਵੇ ਤਾਂ ਇਹ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਖੁਦ ਅਧਿਕਾਰੀ ਜਿਹੜੇ ਨੇ ਉਹ ਪਹੁੰਚੇ ਸਨ, ਘਰ ਸੰਮਣ ਦੇ ਕੇ ਆਏ ਨੇ ਤਾਂ ਇਹ ਬਿਆਨਬਾਜ਼ੀ ਹੋਈ ਔਰ ਮੁੱਦਾ ਬੇहद ਭਖਿਆ ਸੀ ਬੀਤੇ ਦਿਨ। ਪਰ ਹੁਣ ਜੋ ਇਹ ਮਸਲਾ ਸਾਹਮਣੇ ਆਇਆ, ਕਹਿ ਲਈਏ ਕਿ ਹੋਰ ਇੱਕ ਵੱਡੀ ਖਬਰ ਇਸੇ ਮਾਮਲੇ ਦੇ ਵਿੱਚ ਸਾਹਮਣੇ ਆਈ ਹੈ ਕਿ ਸੁਖਬੀਰ ਬਾਦਲ ਨੂੰ ਇੱਕ ਹੋਰ ਸੰਮਨ ਜਾਰੀ ਹੋਇਆ। ਆਈਜੀ ਨੌਨਿਹਾਲ ਨੇ, ਜਿਨ੍ਹਾਂ ਦੀ ਅਗਵਾਈ ਵਾਲੀ ਐਸਆਈਟੀ ਹੈ ਜਿਹੜੀ ਕਿ ਹੁਣ ਪੁੱਛਗਿੱਛ ਕਰਨਾ ਚਾਹੁੰਦੀ ਹੈ, ਇਸ ਦੇ ਲਈ ਉਹਨਾਂ ਨੇ ਸੰਮਨ ਜਾਰੀ ਕੀਤਾ ਹੈ, ਜੋ ਸਾਡੇ ਕੋਲ ਜਾਣਕਾਰੀ ਆਈ ਹੈ। ਦਲਜੀਤ ਜੀ ਬਾਰੂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ, ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਚੀਮਾ ਸਾਹਿਬ, ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ। ਮਿਹਰਬਾਨੀ ਜੀ। ਜੀ ਜਾਨਣਾ ਚਾਹਾਂਗੇ, ਇੱਕ ਹੋਰ ਸੰਮਨ ਜਾਰੀ ਹੋਇਆ ਹੈ, ਜਾਣਕਾਰੀ ਆਈ ਹੈ ਸੁਖਬੀਰ ਬਾਦਲ ਹੋਰਾਂ ਨੂੰ। ਤੇ ਕੋਈ ਗੱਲ ਨਹੀਂ, ਜੇ ਸੰਮਨ ਆਏਗਾ ਤਾਂ ਜ਼ਰੂਰ ਜਾਣਗੇ। ਪਹਿਲਾਂ ਵੀ ਜਿਹੜੇ ਹੈ ਇਸ ਐਸਆਈਟੀ ਕੋਲੇ ਸਰਦਾਰ ਸੁਖਬੀਰ ਸਿੰਘ ਬਾਦਲ ਜਾ ਚੁੱਕੇ ਜੀ, ਇਸ ਕਰਕੇ ਉਸ ਦਿਨ ਉਹਨਾਂ ਦੀ ਤਰੀਕ ਸੀ ਉੱਥੇ ਜੀਰਾ ਦੇ ਵਿੱਚ ਅਦਾਲਤ ਦੇ ਵਿੱਚ, ਤੇ ਕਲੈਸ਼ ਕਰਕੇ ਸੰਮਨ ਦੀ ਡੇਟ ਤੇ ਦੂਸਰੀ ਉਹਨਾਂ ਨੇ ਕਿਹਾ ਸੀਗਾ ਐਸਆਈਟੀ ਨੂੰ ਕਿ ਦੁਬਾਰਾ ਉਹ ਡੇਟ ਦੇ ਦਿਓ, ਮੈਂ ਆ ਕੇ ਕੋਆਪਰੇਟ ਕਰਾਂਗਾ। ਇਸ ਕਰਕੇ ਸਾਨੂੰ ਇਸ ਗੱਲ ਦੇ ਨਾਲ ਨਹੀਂ ਹੈ, ਅਸੀਂ ਲਾ ਅਬਾਈਡਿੰਗ ਜਿਹੜੀ ਹੈ ਪਾਰਟੀ ਹੈਗੇ ਆ, ਅਸੀਂ ਜਾ ਕੇ ਆਪਣੇ ਵੱਲੋਂ ਪੂਰਾ ਕੋਆਪਰੇਟ ਕਰਾਂਗੇ। ਨਹੀਂ ਪਰ ਅਖੀਰ ਸਾਰੀ ਤੱਕ ਦੁਨੀਆ ਨੂੰ ਪਤਾ ਕਿ ਸਰਕਾਰ ਦੀ ਰਾਜਨੀਤੀ ਕੀ ਹੈ, ਇਹ ਕੋਈ ਭੁਲੇਖਾ ਤਾਂ ਕਿਸੇ ਨੂੰ ਹੈ ਨਹੀਂ, ਕਿਉਂਕਿ ਉਹ ਤਾਂ ਆਲਰੇਡੀ ਇਸੇ ਐਸਆਈਟੀ ਕੋਲੇ ਜਦੋਂ ਪਹਿਲਾਂ ਬੁਲਾਇਆ ਸੀ ਉਦੋਂ ਵੀ ਜਾ ਚੁੱਕੇ ਜੀ। ਫਿਰ ਤੁਹਾਨੂੰ ਕੀ ਲੱਗਦਾ ਕਿ ਹੁਣ ਦੁਬਾਰਾ ਪੁੱਛਗਿੱਛ ਕਰਨ ਦੀ ਲੋੜ ਕਿਉਂ ਪਈ ਹੈ? ਨਹੀਂ, ਚਲੋ ਅਸੀਂ ਇਹਦੇ ਤੇ ਕੋਈ ਹੱਲ ਕਹਿਣਾ ਨਹੀਂ ਚਾਹੁੰਦੇ। ਐਸਆਈਟੀ ਦਾ ਜੇ ਉਹਨਾਂ ਨੇ ਸੰਮਨ ਕੀਤਾ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਸਹਿਯੋਗ ਕਰਨ ਵਾਸਤੇ ਤਿਆਰ ਹਾਂ, ਇਸ ਕਰਕੇ ਉਹ ਜਾਣਗੇ। ਠੀਕ ਹੈ। ਚੀਮਾ ਸਾਹਿਬ ਜੁੜੇ ਰਹੋ। ਦੂਸਰੇ ਪਾਸੇ ਨੀਲ ਗਰਗ ਜੁੜ ਗਏ ਨੇ ਸਾਡੇ ਨਾਲ, ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ। ਗਰਗ ਸਾਹਿਬ, ਤੁਹਾਡਾ ਵੀ ਸਵਾਗਤ ਹੈ। ਕੀ ਕਹਿਣਾ ਚਾਹੋਗੇ, ਕਿਉਂਕਿ ਇਲਜ਼ਾਮ ਇਹੀ ਨੇ ਵਾਰ-ਵਾਰ ਲੱਗਦੇ ਨੇ ਕਿ ਸਿਰਫ ਤੇ ਸਿਰਫ ਜਿਹੜੀ ਸਿਆਸਤ ਹੈ ਉਹਦੇ ਲਈ ਹੀ ਇਹ ਜਾਣਕਾਰੀ ਜਿਹੜੀ ਪੁੱਛੀ ਜਾਂਦੀ ਹੈ ਜਾਂ ਸਵਾਲ ਜਵਾਬ ਕੀਤੇ ਜਾਂਦੇ ਨੇ, ਸਿਰਫ ਤੇ ਸਿਰਫ ਸਿਆਸਤ ਦਾ ਇਲਜ਼ਾਮ ਹੈ। ਨਹੀਂ ਗੁਰਜੋਤ ਜੀ, ਜਿਸ ਤਰ੍ਹਾਂ ਦਾ ਇਹ ਇੰਨਾ ਸੈਂਸਿਟਿਵ ਤੇ ਲੋਕਾਂ ਦੀ ਭਾਵਨਾ ਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ, ਮੈਨੂੰ ਨਹੀਂ ਲੱਗਦਾ ਕਿ ਇਸ ਦੇ ਉੱਤੇ ਕਿਸੇ ਤਰ੍ਹਾਂ ਦੀ ਸਿਆਸਤ ਹੋਣੀ ਚਾਹੀਦੀ। ਘੱਟੋ ਘੱਟ ਸਾਡੀ ਪਾਰਟੀ ਇਸ ਦੇ ਉੱਤੇ ਕੋਈ ਸਿਆਸਤ ਨਹੀਂ ਕਰਦੀ। ਔਰ ਤੁਸੀਂ ਦੇਖੋ, ਕੱਲ ਦੁਪਹਿਰ ਦੇ ਸ਼ਾਮ ਤੱਕ ਵੀ, ਜਾਨੀ ਕਿ ਜਦੋਂ ਤੱਕ ਐਸਆਈਟੀ ਨੇ ਆਪਣਾ ਜਾਨੀ ਕਿ ਪੱਖ ਸਪਸ਼ਟ ਨਹੀਂ ਕੀਤਾ ਸੀ, ਉਦੋਂ ਤੱਕ ਅਕਾਲੀ ਦਲ ਇਹੀ ਕਹਿੰਦਾ ਰਿਹਾ ਕਿ ਸੰਮਨ ਮਿਲੇ ਹੀ ਨਹੀਂ ਹੈ, ਜਦ ਕਿ ਐਸਆਈਟੀ ਨੇ ਬਿਲਕੁਲ ਆਪਣਾ ਪੱਖ ਰੱਖਿਆ ਕਿ ਕਿਸ ਤਰੀਕੇ ਨਾਲ 2 ਵਾਰ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਘਰ ਜਿਹੜੇ ਉਹ ਸੰਮਨ ਲੈ ਕੇ ਗਏ, ਕਿਸ ਤਰੀਕੇ ਨਾਲ ਉਸ ਤੋਂ ਬਾਅਦ WhatsApp ਦੇ ਉੱਤੇ ਉਹ ਰਿਸੀਵ ਕਰਵਾਏ ਗਏ। ਤੇ ਲੇਕਿਨ ਕਿਉਂਕਿ ਇਹ ਸਮਾਂ ਮੰਗ ਰਹੇ ਸੀ, ਸਮਾਂ ਉਹਨਾਂ ਨੇ ਹੋਰ ਨਹੀਂ ਦਿੱਤਾ, ਪਹਿਲਾਂ ਡਿਨਾਈ ਕਰਦੇ ਰਹੇ, ਹੁਣ ਦੁਬਾਰਾ ਇਸ ਕਰਕੇ ਉਹਨਾਂ ਨੂੰ ਸੰਮਨ ਕੀਤਾ ਗਿਆ। ਮੈਂ ਸਮਝਦਾ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਲੋਕ ਇਨਸਾਫ ਦੀ ਮੰਗ ਕਰ ਰਹੇ ਹੈਗੇ ਹੈ, ਔਰ ਇਸ ਇਨਸਾਫ, ਲੋਕਾਂ ਨੂੰ ਇਨਸਾਫ ਦੇਣ ਵਾਸਤੇ ਜੇਕਰ ਕਿਸੇ ਨੂੰ ਵੀ ਬੁਲਾਉਣਾ ਪੈਂਦਾ, ਭਾਵੇਂ ਉਹ ਕਿੱਡਾ ਵੀ ਸ਼ਖਸ, ਵੱਡਾ ਸ਼ਖਸ ਕਿਉਂ ਨਹੀਂ ਹੈ, ਤੇ ਮੈਨੂੰ ਲੱਗਦਾ ਉਹ ਸ਼ਖਸ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਹੈਗਾ। ਔਰ ਸਰਕਾਰ ਦਾ ਇਹ ਫਰਜ਼ ਹੈ, ਅਸੀਂ ਤੇ ਲੋਕਾਂ ਨਾਲ ਵਾਅਦਾ ਕਰਕੇ ਆਏ ਹੈਗੇ ਹਾਂ, ਕਿਉਂਕਿ ਪਿਛਲੇ 7 ਸਾਲਾਂ ਤੋਂ ਉਸ ਸਮੇਂ 2 ਸਾਲ ਜਿਹੜਾ ਹੈਗਾ ਅਕਾਲੀ ਦਲ ਦੀ ਸਰਕਾਰ ਰਹੀ, 5 ਸਾਲ ਕਾਂਗਰਸ ਦੀ ਸਰਕਾਰ ਰਹੀ, ਉਹਨਾਂ ਨੇ ਚਾਹੇ ਕੋਟਕਪੂਰਾ ਗੋਲੀकांड ਹੋਵੇ, ਚਾਹੇ ਬੇਅਦਬੀ ਹੋਵੇ, ਉਹਨਾਂ ਦੇ ਕਿਸੇ ਦੇ ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ, ਇਨਸਾਫ ਲੋਕਾਂ ਨੂੰ ਨਹੀਂ ਮਿਲਿਆ। ਤਾਂ ਮੈਨੂੰ ਲੱਗਦਾ ਕਿ ਇਨਸਾਫ ਜਿਹੜਾ ਹੈਗਾ ਉਹ ਲੋਕਾਂ ਨੂੰ ਮਿਲਣਾ ਚਾਹੀਦਾ, ਔਰ ਆਮ ਆਦਮੀ ਪਾਰਟੀ ਕਮਿਟਡ ਹੈ ਇਸ ਪ੍ਰਤੀ। ਇਸ ਵਾਰ ਚੀਮਾ ਸਾਹਿਬ ਲਗਾਤਾਰ ਕਹਿ ਰਹੇ ਨੇ, ਉਹਨਾਂ ਨੇ ਪਹਿਲਾਂ ਵੀ ਕਿਹਾ ਸ਼੍ਰੋਮਣੀ ਅਕਾਲੀ ਦਲ ਨੇ ਕਿ ਅਸੀਂ ਸਹਿਯੋਗ ਕਰ ਰਹੇ ਹਾਂ, ਕਿਸੇ ਕਿਸਮ ਦੀ ਕੋਈ ਅਣਗਹਿਲੀ ਨਹੀਂ ਹੈਗੀ ਇਸ ਦੇ ਵਿੱਚ, ਨਾ ਹੀ ਕੋਈ ਆਨਾਕਾਨੀ ਕੀਤੀ ਜਾ ਰਹੀ ਹੈ। ਇੱਕ ਹੋਰ ਜਾਣਕਾਰੀ ਗਰਗ ਸਾਹਿਬ ਤੁਹਾਨੂੰ ਦੇ ਦਿਆਂ ਕਿ ਇੱਕ ਹੋਰ ਸੰਮਨ ਜਾਰੀ ਹੋਇਆ ਜਿਸ ਦੇ ਬਾਰੇ ਅਸੀਂ ਜ਼ਿਕਰ ਕਰ ਰਹੇ ਹਾਂ। ਇੱਕ ਤਾਂ 14 ਸਤੰਬਰ ਨੂੰ ਪੇਸ਼ ਹੋਣਾ, ਪਰ ਆਈਜੀ ਨੌਨਿਹਾਲ ਉਹਨਾਂ ਦੀ ਅਗਵਾਈ ਵਾਲੀ ਜਿਹੜੀ ਸਿੱਟ ਹੈ ਉਹਨਾਂ ਦੇ ਵੱਲੋਂ ਹੁਣ ਸੱਦਿਆ ਗਿਆ। ਚੀਮਾ ਸਾਹਿਬ ਤੁਸੀਂ ਕੀ ਕਹੋਗੇ? ਜੀ ਦੇਖੋ, ਗੱਲ ਇਹ ਹੈ ਕਿ ਕੋਈ ਵੀ ਇਨਵੈਸਟੀਗੇਟਿੰਗ ਏਜੰਸੀ ਹੈ, ਅਗਰ ਕੋਈ ਜਾਣਕਾਰੀ ਹਾਸਲ ਕਰਨੀ ਚਾਹੁੰਦੀ ਹੈ ਕਿਸੇ ਕੋਲੋਂ ਵੀ, ਠੀਕ ਨਾ, ਤੇ ਉਹਦੇ ਵਿੱਚ ਕੋਈ ਦੂਜਾ ਇਤਰਾਜ਼ ਨਹੀਂ ਹੁੰਦਾ। ਉਹਦੇ ਚ ਜਿਹਨੂੰ ਵੀ ਬਣਾਇਆ ਜਾਏਗਾ ਉਹ ਜਾ ਕੇ ਜੋ ਇਨਫੋਰਮੇਸ਼ਨ ਉਹਨਾਂ ਨੂੰ ਚਾਹੀਦੀ ਸੀ, ਉਹਦੇ ਕੋਲ ਕੋਈ ਹੈ ਇਨਫੋਰਮੇਸ਼ਨ ਤਾਂ ਸ਼ੇਅਰ ਕਰਨਗੇ। ਜੀ ਠੀਕ ਹੈ, ਆਖਰੀ ਰਿਐਕਸ਼ਨ ਤੁਹਾਡਾ ਗਰਗ ਸਾਹਿਬ। ਹਾਂਜੀ ਜੀ ਜੀ, ਮੈਂ ਉਹੀ ਕਹਿ ਰਿਹਾ ਮੈਡਮ, ਕਿਉਂਕਿ ਜਿੰਨੀਆਂ ਵੀ ਇਨਵੈਸਟੀਗੇਸ਼ਨ ਏਜੰਸੀਆਂ ਨੇ ਨਿਰਪੱਖ ਤੌਰ ਤੇ ਉਹ ਕੰਮ ਕਰ ਰਹੀਆਂ ਨੇ, ਔਰ ਪੰਜਾਬ ਦੇ ਲੋਕਾਂ ਨਾਲ ਸਾਡਾ ਇੱਕ ਵਾਅਦਾ ਹੈਗਾ, ਕਮਿਟਮੈਂਟ ਹੈ ਕਿ ਜਿਹੜੇ ਦੋਸ਼ੀ ਹੈ, ਭਾਵੇਂ ਉਹ ਕੋਟਕਪੂਰਾ ਦੇ ਬਾਈਬਲ ਕਲਾ ਗੋਲੀकांड ਦੇ ਦੋਸ਼ੀ ਹੋਣ ਤੇ ਭਾਵੇਂ ਉਹ ਬੇਅਦਬੀ ਦੇ ਦੋਸ਼ੀ ਹੋਣ, ਉਹ ਦੋਸ਼ੀ ਬਖਸ਼ੇ ਨਹੀਂ ਜਾਣਗੇ। ਕਾਨੂੰਨ ਦੇ ਮੁਤਾਬਕ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ। ਇਸ ਕਰਕੇ ਜੇਕਰ ਇਨਵੈਸਟੀਗੇਸ਼ਨ ਵਾਸਤੇ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਕਿਸੇ ਦੀ ਵੀ ਜ਼ਰੂਰਤ ਪੈਂਦੀ ਹੈ ਤਾਂ ਨੈਚੁਰਲੀ ਉਸ ਨੂੰ ਬੁਲਾਇਆ ਜਾਏ। ਠੀਕ ਹੈ, ਠੀਕ ਹੈ, ਉਹੀਓ ਜ਼ਿਕਰ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ, ਪਰ ਸਵਾਲ ਤਾਂ ਵੀ ਉੱਠ ਜਾਂਦਾ ਨਾ ਜਦੋਂ ਸਿੱਧੇ ਇਲਜ਼ਾਮਾਤ ਲੱਗਦੇ ਨੇ, ਬਾਈ ਨੇਮ ਇਲਜ਼ਾਮਾਤ ਲੱਗਦੇ ਨੇ। ਹਾਂਜੀ, ਤਾਂ ਮੈਂ ਹੋਰ ਵੀ ਐਡ ਕਰਨਾ ਚਾਹੁੰਦਾ ਕਰ ਵੀ ਹੁਣ ਜਿਹੜੀ ਚਾਰਜ ਸ਼ੀਟ ਭੂਸੇ ਵਾਲੇ ਕੇਸ ਦੇ ਵਿੱਚ ਦਾਇਰ ਹੋਈ ਹੈ,
ਉਸ ਚਾਰਜ ਸ਼ੀਟ ਦੇ ਵਿੱਚ ਲਿਖਿਆ ਗਿਆ ਕਿ ਮੂਸੇਵਾਲ ਦਾ ਕਤਲ ਇਸ ਕਰਕੇ ਹੋਇਆ ਕਿ ਉਹਦੀ ਸਿਕਿਉਰਿਟੀ ਵਿਡਰਾ ਕਰ ਦਿੱਤੀ ਗਈ ਸੀ। ਤੇ ਮੈਂ ਕੀ ਇਹ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਜਿਨ੍ਹਾਂ ਨੇ ਸਿਕਿਉਰਿਟੀ ਵਿਡਰਾ ਕਰਕੇ ਸੋਸ਼ਲ ਮੀਡੀਆ ਤੇ ਪਾਈ ਸੀ ਉਹਨਾਂ ਦਾ ਨਾਂ ਚਾਰਜ ਸ਼ੀਟ ਦੇ ਵਿੱਚ ਕਿਉਂ ਨਹੀਂ ਤੇ ਉਹਨਾਂ ਨੂੰ ਕਿਉਂ ਨਹੀਂ ਸੱਦਿਆ ਗਿਆ? ਸਵਾਲ ਹੈ, ਇਸ ਗੱਲ ਦਾ ਜ਼ਿਕਰ ਕਰਨਗੇ। ਦੇਖੋ ਗੁਰਜੋਤ ਜੀ, ਮੈਂ ਫੇਰ ਉਹੀ ਗੱਲ ਕਹਿ ਰਿਹਾ। ਹੁਣ ਇੱਕ ਬੰਨੇ ਤੇ ਅਕਾਲੀ ਦਲ ਕਹਿ ਰਿਹਾ ਉਹ ਕਿਸੇ ਤਰ੍ਹਾਂ ਦੀ ਸਿਆਸਤ ਨਹੀਂ ਕਰਦੇ। ਹੁਣ ਜਦੋਂ ਗੱਲ ਨਹੀਂ ਹੈ, ਇੱਕ ਕੁਐਸਚਨ ਹੈ ਜੈਨੂਅਨ ਪੰਜਾਬ ਦਾ, ਮੈਂ ਜਵਾਬ ਦਿੰਦਾ। ਚੀਮਾ ਸਾਹਿਬ ਮੈਂ ਜਵਾਬ ਦੇ ਰਿਹਾ। ਸਿਆਸਤ ਨਾ ਕਹੋ ਇਹਨੂੰ ਨਾ, ਇਹ ਕਤਲ ਦਾ ਮੁਕੱਦਮਾ ਹੈ, ਸਿਆਸਤ ਨਹੀਂ ਹੈ। ਚੀਮਾ ਸਾਹਿਬ ਇਹ ਕਤਲ ਹੈ ਔਰ ਇਸ ਕਤਲ ਦੇ ਵਿੱਚ ਉਹ ਲੋਕੀ ਦੋਸ਼ੀ ਹੈ ਜਿਨ੍ਹਾਂ ਨੇ ਸਿਕਿਉਰਿਟੀ ਘਟਾ ਕੇ ਸੋਸ਼ਲ ਮੀਡੀਆ ਦੇ ਵਿੱਚ ਪ੍ਰਚਾਰ ਕੀਤਾ। ਤੁਹਾਡੀ ਚਾਰ ਸੀਟ ਕਹਿ ਰਹੀ ਹੈ। ਸੁਣ ਲਓ ਚੀਮਾ ਸਾਹਿਬ, ਜਵਾਬ ਤਾਂ ਸੁਣ ਲਓ। ਇਹਨੂੰ ਸਿਆਸਤ ਨਾ ਕਹੋ ਨਾ, ਇਹਨੂੰ ਸਿਆਸਤ ਨਾ ਕਹੋ। ਦੇਖੋ ਏਦਾਂ ਨਾ ਕਰੋ। ਦੇਖੋ ਚੀਮਾ ਸਾਹਿਬ, ਤੁਸੀਂ ਤੁਹਾਨੂੰ ਸਵਾਲ ਪੁੱਛੇ ਤਾਂ ਸਿਆਸਤ। ਚੀਮਾ ਸਾਹਿਬ, ਤੁਸੀਂ ਸਾਡੇ ਤੋਂ ਵੱਡੇ ਹੋ, ਤੁਹਾਡੀ ਗੱਲ ਪੂਰੀ ਸੁਣੀ ਹੈ, ਤੁਸੀਂ ਸੁਣ ਤੇ ਲਾਓ ਨਾ। ਤੁਸੀਂ ਸਵਾਲ ਕੀਤਾ, ਜੇ ਮੇਰਾ ਸਵਾਲ ਜਵਾਬ ਤੁਹਾਨੂੰ ਪਸੰਦ ਨਾ ਆਵੇ ਹੋਰ ਸਵਾਲ ਕਰ ਲੈਣਾ। ਮੈਂ ਇਹ ਕਹਿ ਰਿਹਾ ਵੀ ਸਿਆਸਤ ਮੈਂ ਇਸ ਕਰਕੇ ਕਹਿ ਰਿਹਾ। ਹੁਣ ਮੁੱਦੇ ਦੀ ਗੱਲ ਹੋ ਰਹੀ ਸੀ ਕਿ ਕੋਟਕਪੂਰਾ ਦੀ ਜਿਹੜੀ ਗੋਲੀकांड ਹੈ ਜਾਂ ਬੇਅਦਬੀ ਹੈ ਉਹਦੀ ਸਿੱਟ ਬਣੀ ਹੈ, ਉੱਥੇ ਇਨਵੈਸਟੀਗੇਸ਼ਨ, ਤੁਸੀਂ ਇਸ ਨੂੰ ਮੂਸੇਵਾਲੇ ਨਾਲ ਜੋੜਿਆ। ਬਿਲਕੁਲ ਜਿਹੜਾ ਹੈਗਾ, ਮੈਂ ਤੁਹਾਨੂੰ ਜਿੱਦਾਂ ਪਹਿਲਾਂ ਕਹਿ ਕੇ ਹੈਗਾ, ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਉਹ ਨਿਰਪੱਖ ਤੌਰ ਤੇ ਕੰਮ ਕਰ ਰਹੀਆਂ ਨੇ। ਸਰਕਾਰ ਦੀ ਉਸ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਹੈਗੀ ਹੈ। ਜੇਕਰ ਕੋਈ ਵੀ ਸਿੱਟ ਜਿਹੜੀ ਮੰਨ ਲਓ ਉਸ 'ਚ ਤੁਸੀਂ ਉੱਥੇ ਕੋਈ ਚਲਾਨ ਪੇਸ਼ ਕੀਤਾ, ਉਸ ਦੇ ਵਿੱਚ ਦਰਜ ਨਹੀਂ ਹੋਇਆ ਨਾਮ, ਠੀਕ ਹੈ ਨਾ, ਇਹ ਇਨਵੈਸਟੀਗੇਸ਼ਨ ਏਜੰਸੀਆਂ ਦਾ ਕੰਮ ਹੈ। ਤੁਹਾਨੂੰ ਇਹ ਲੱਗਦਾ ਹੈਗਾ ਤੁਸੀਂ ਆਪਦੀ ਰਿਪਰੈਜ਼ੈਂਟੇਸ਼ਨ ਏਜੰਸੀਆਂ ਨੂੰ ਦੇ ਦਿਓ, ਤਾਂ ਜਿਸ ਨੂੰ ਜ਼ਰੂਰਤ ਹੋਏਗੀ ਉਹ ਬੁਲਾ ਲੈਣਗੇ। ਗਰਗ ਸਾਹਿਬ, ਤੁਹਾਨੂੰ ਲੱਗਦਾ ਹੈ ਉਸ ਦੇ ਵਿੱਚ ਨਾਮ ਹੋਣੇ ਚਾਹੀਦੇ ਸੀ ਜੋ ਸਵਾਲ ਚੀਮਾ ਸਾਹਿਬ ਕਰ ਰਹੇ ਨੇ? ਜੀ, ਮੈਂ ਤੇ ਇਹ ਸਵਾਲ ਕਰ ਰਿਹਾ ਕਿ ਕੀ ਤੁਹਾਡੇ ਮੁਤਾਬਕ ਇਹ ਜ਼ਰੂਰੀ ਨਹੀਂ ਸੀਗਾ ਕਿ ਜਿਸ ਵਿਅਕਤੀ ਦੇ ਪੇਜ ਦੇ ਉੱਤੇ, ਸੋਸ਼ਲ ਮੀਡੀਆ ਪੇਜ ਦੇ ਉੱਤੇ ਇਹ ਜਾਣਕਾਰੀ ਦਿੱਤੀ ਗਈ ਸੀ, ਜਿਹਦੇ ਹੁਕਮਾਂ ਦੇ ਉੱਤੇ ਇਹ ਜਿਹੜਾ ਸਾਰਾ ਕੁਝ ਕੀਤਾ ਗਿਆ ਸੀ, ਉਹਨੂੰ ਨਾਲ ਦੀ ਨਾਲ ਚਾਰਜ ਸ਼ੀਟ ਦੇ ਵਿੱਚ ਜਿਹੜੀ ਹੈ ਉਹਦਾ ਰੋਲ ਜਿਹੜਾ ਨਾਲ ਦਿਖਾਇਆ ਜਾਂਦਾ? ਕਿਉਂਕਿ ਕਤਲ ਹੈ ਨਾ 120 ਦੇ ਵਿੱਚ, 120 ਦੇ ਵਿੱਚ ਸਾਜ਼ਿਸ਼ ਦੇ ਵਿੱਚੋਂ ਸਾਰੇ ਬੰਦੇ ਹੁੰਦੇ ਆ ਜਿਨ੍ਹਾਂ ਨੇ ਇਹ ਕਤਲ ਇਸ ਤਰੀਕੇ ਹੋਣ ਦੇ ਵਿੱਚ ਜਿਹੜੇ ਸਹਾਈ ਹੋਏ। ਬਿਲਕੁਲ, ਇਹ ਸਾਰੀ ਚੀਜ਼ ਦੀ ਜਿਹੜੀ ਇਨਵੈਸਟੀਗੇਸ਼ਨ, ਟੋਟਲ ਇਨਵੈਸਟੀਗੇਸ਼ਨ, ਨਾਟ ਇਨ ਸੈਪਰੇਸ਼ਨ, ਟੋਟਲ ਇਨਵੈਸਟੀਗੇਸ਼ਨ, ਉਹ ਲਿਸਟ ਕਿੰਨੇ ਜਾਰੀ ਕੀਤੀ, ਕਿਵੇਂ ਜਾਰੀ ਹੋਈ, ਕਿਉਂ ਜਾਰੀ ਹੋਈ, ਠੀਕ ਹੈ ਨਾ, ਉਹ ਸਾਰੀਆਂ ਚੀਜ਼ਾਂ ਹੀ ਆਉਣਗੀਆਂ, ਠੀਕ ਹੈ ਨਾ। ਉਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਹੈਗਾ ਆਏਗਾ। ਬਿਲਕੁਲ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਔਰ ਮੂਸੇਵਾਲ ਦੇ ਜਿਹੜੇ ਕਾਤਲ ਹੈਗੇ ਆ ਉਹਨਾਂ ਨੂੰ ਬਿਲਕੁਲ ਸਜ਼ਾ ਮਿਲੇਗੀ। ਔਰ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਹੋ ਰਹੀ ਹੈ, ਇਨਵੈਸਟੀਗੇਸ਼ਨ ਹੋ ਰਹੀ ਹੈ, ਇਸ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਵਾਰ-ਵਾਰ ਦੇਖੋ ਸੁਣੋ, ਮੈਂ ਇਨਵੈਸਟੀਗੇਸ਼ਨ ਪਾਰਟ ਦਾ ਹਿੱਸਾ ਨਹੀਂ ਹੈ, ਨਾ ਹੀ ਮੈਂ ਕੋਈ ਇਨਵੈਸਟੀਗੇਸ਼ਨ ਏਜੰਸੀ ਹੈਗਾ, ਬਟ ਮੈਂ ਕਿਉਂਕਿ ਮੈਨੂੰ ਆਪਣੀ ਸਰਕਾਰ ਦੀ ਕਮਿਟਮੈਂਟ, ਆਪਣੀ ਪਾਰਟੀ ਦੀ ਕਮਿਟਮੈਂਟ ਲੋਕਾਂ ਨਾਲ ਪਤਾ ਹੈਗਾ। ਨਹੀਂ, ਫਿਰ ਤੁਸੀਂ ਦਾਅਵਾ ਕਿਸ ਤਰ੍ਹਾਂ ਕਰ ਸਕਦੇ ਹੋ ਕਿ ਜਾਂਚ ਹੋਏਗੀ, ਉਹਨਾਂ ਦਾ ਨਾਂ ਵੀ ਆਏਗਾ? ਹਾਂ, ਮੈਂ ਸਵਾਲ ਚੀਮਾ ਸਾਹਿਬ ਕਰ ਰਹੇ ਨੇ ਨਾ ਬੇਸਿਕਲੀ। ਮੈਂ ਇਸੇ ਕਰਕੇ ਕਹਿ ਰਿਹਾ ਗੁਰਜੋਤ ਮੈਡਮ, ਮੈਂ ਤੁਹਾਨੂੰ ਪਹਿਲੇ ਹੁਣੇ ਤੋਂ 1 ਮਿੰਟ ਪਹਿਲੇ ਕਹਿ ਕੇ ਹਟਿਆ, ਕਿਉਂਕਿ ਮੈਨੂੰ ਆਪਣੀ ਪਾਰਟੀ ਦੀ ਕਮਿਟਮੈਂਟ ਜਿਹੜੀ ਲੋਕਾਂ ਨਾਲ ਕੀਤੀ ਹੈ, ਸਰਕਾਰ ਨੇ ਜੋ ਕਮਿਟਮੈਂਟ ਲੋਕਾਂ ਨਾਲ ਕੀਤੀ ਉਹ ਤੇ ਭਰੋਸਾ ਹੈਗਾ, ਮੈਂ ਇਸ ਕਰਕੇ ਕਹਿ ਰਿਹਾ ਹਾਂ। ਨਹੀਂ, ਤੁਹਾਨੂੰ ਲੱਗਦਾ ਉਹਨਾਂ ਦਾ ਨਾਂ ਜੀ? ਤੁਸੀਂ ਸਿਰਫ ਕੋਟਕਪੂਰਾ ਵਾਲੀ ਜਿਹੜੀ ਹੈ ਤੁਹਾਡਾ ਕੰਮ ਸਿਰਫ ਉੱਥੇ ਤੱਕ ਹੈ, ਉਸ ਤੋਂ ਅੱਗੇ ਨਹੀਂ। ਜਿਹੜਾ ਸਾਡਾ ਕੰਮ ਚੀਮਾ ਸਾਹਿਬ ਇਹ ਹੈਗਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਿਸੇ ਦਾ ਧੱਕਾ ਹੁੰਦਾ, ਕੋਈ ਕਤਲੇਆਮ ਹੁੰਦਾ, ਕੋਈ ਵੀ ਦੋਸ਼ੀ ਹੈਗਾ, ਉਹ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪੰਜਾਬ ਦੇ ਲੋਕ ਇਨਸਾਫ ਮੰਗਦੇ ਨੇ, ਇਨਸਾਫ ਤੋਂ ਜ਼ਿਆਦਾ ਕੁਝ ਵੀ ਨਹੀਂ ਮੰਗਦੇ। ਪੰਥਕ ਸਰਕਾਰ ਕਹਾਉਣ ਵਾਲੀ ਸਰਕਾਰ ਜੇ 2 ਸਾਲਾਂ ਦੇ ਵਿੱਚ ਉਹਨਾਂ ਨੂੰ ਜਾਨੀ ਕਿ ਇਨਸਾਫ ਨਹੀਂ ਮਿਲ ਸਕੀ ਤਾਂ ਕੋਈ ਨਾ ਕੋਈ ਸਵਾਲ ਬਣਦਾ ਹੀ ਹੈ ਨਾ। ਸਵਾਲ ਤਾਂ ਉੱਠਣਗੇ। ਦੇਖੋ, ਤੁਸੀਂ ਸਾਰਾ ਦਿਨ ਇਹਦੇ ਉੱਤੇ ਪ੍ਰੈਸ ਕਾਨਫਰੰਸ ਕਿਉਂ ਤੁਸੀਂ ਕਰਦੇ ਹੋ ਫਿਰ?